ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ਾ ਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। H1B ਅਤੇ H2 ਵੀਜ਼ਾ ਲੋੜਾਂ ਸੰਬੰਧੀ ਸੁਧਾਰ ਨਿਯਮ ਹੋਏ ਲਾਗੂ। ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਵਿਦੇਸ਼ੀ ਨੀਤੀਆਂ ਬਦਲਣਗੀਆਂ। ਮਾਂ ਵੱਲੋਂ ਦਿੱਤੀ ਬਾਈਬਲ ਦੇ ਨਾਲ ਅਹੁਦੇ ਦੀ ਸਹੁੰ ਚੁੱਕਣਗੇ ਡੋਨਲਡ ਟਰੰਪ ਦੀ ਨਵੀਂ ਟੀਮ ਅਤੇ ਉਹਨਾਂ ਨੂੰ ਦਿੱਤੀਆਂ ਗਈਆਂ ਖਾਸ ਜ਼ਿੰਮੇਵਾਰੀਆਂ। ਕੜਾਕੇ ਦੀ ਠੰਡ ਕਰਕੇ ਬਦਲੀ ਟਰੰਪ ਦੇ ਸਹੁੰ ਚੁੱਕ ਸਮਾਗਮ ਦੀ ਜਗ੍ਹਾ। ਓਹੀਓ ਦੇ ਗਵਰਨਰ ਦੇ ਅਹੁਦੇ ਲਈ ਚੋਣ ਲੜਨ ਦੀ ਯੋਜਨਾ ਬਣਾ ਰਹੇ ਨੇ ਇਹ ਭਾਰਤੀ ਅਮਰੀਕੀ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਨਾਲ ਹੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। H1B ਅਤੇ H2 ਵੀਜ਼ਾ ਧਾਰਕਾਂ ਲਈ ਇੱਕ ਚੰਗੀ ਖਬਰ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ DHS ਨੇ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਤੋਂ 3 ਦਿਨ ਪਹਿਲਾਂ H1B ਗੈਰ ਪ੍ਰਵਾਸੀ ਅਤੇ H2 ਗੈਰ ਪ੍ਰਵਾਸੀ ਵੀਜ਼ਾ ਪ੍ਰੋਗਰਾਮਾਂ ਲਈ ਜ਼ਰੂਰਤਾਂ ਨੂੰ ਆਧੁਨਿਕ ਅਤੇ ਬਿਹਤਰ ਬਣਾਉਣ ਦੇ ਲਈ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ H1 ਅਤੇ H2 ਫਾਈਨਲ ਰੂਲ 17 ਜਨਵਰੀ ਤੋਂ ਲਾਗੂ ਹੋ ਗਿਆ ਹੈ। H1B ਅੰਤਿਮ ਨਿਯਮ ਪ੍ਰਵਾਨਗੀ ਪ੍ਰਕਿਰਿਆ ਨੂੰ ਸੁਚਾਰੂ ਬਣਾ ਕੇ ਮਾਲਕਾਂ ਨੂੰ ਪ੍ਰਤਿਭਾਸ਼ਾਲੀ ਕਰਮਚਾਰੀਆਂ ਨੂੰ ਬਿਹਤਰ ਢੰਗ ਨਾਲ ਬਰਕਰਾਰ ਰੱਖਣ ਦੀ ਆਗਿਆ ਦੇਣ ਲਈ ਇਸ ਦੀ ਲਚਕਤਾ ਨੂੰ ਵਧਾ ਕੇ ਅਤੇ ਪ੍ਰੋਗਰਾਮ ਦੀ ਅਖੰਡਤਾ ਅਤੇ ਨਿਗਰਾਨੀ ਵਿੱਚ ਸੁਧਾਰ ਕਰਕੇ H1B ਪ੍ਰੋਗਰਾਮ ਨੂੰ ਆਧੁਨਿਕ ਬਣਾਉਂਦਾ ਹੈ। ਇਹ ਵਿਵਸਥਾਵਾਂ ਮੁੱਖ ਤੌਰ ਤੇ H1 ਵਿਸ਼ੇਸ਼ ਕਿੱਤੇ ਦੇ ਕਰਮਚਾਰੀਆਂ ਨੂੰ ਨਿਯੰਤਰਿਤ ਕਰਨ ਵਾਲੇ ਨਿਯਮਾਂ ਵਿੱਚ ਸੋਧ ਕਰਦੀਆਂ ਹਨ। ਹਾਲਾਂਕਿ ਕੁਝ ਵਿਵਸਥਾਵਾਂ ਸੀਮਿਤ ਤੌਰ ਤੇ ਹੋਰ ਗੈਰ ਪ੍ਰਵਾਸੀ ਵਰਗੀਕਰਨਾਂ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ, ਜਿਸ ਵਿੱਚ H2, H3, F1, L1, OPQ1, R1, E3 ਅਤੇ TN ਸ਼ਾਮਲ ਹਨ। H2 ਅੰਤਿਮ ਨਿਯਮ ਹੋਰ ਚੀਜ਼ਾਂ ਦੇ ਨਾਲ ਕਾਮਿਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਦਾ ਹੈ ਅਤੇ ਉਹਨਾਂ ਫਰਮਾਂ ਦੇ ਨਵੇਂ ਨਤੀਜੇ ਲਾਗੂ ਕਰਦਾ ਹੈ ਜੋ ਵਰਜਿਤ ਫੀਸਾਂ ਲੈਂਦੀਆਂ ਹਨ ਜਾਂ ਕਿਰਤ ਕਾਨੂੰਨਾਂ ਦੀ ਉਲੰਘਣਾ ਕਰਦੀਆਂ ਹਨ। ਅਤੇ H2A ਅਤੇ H2B ਕਾਮਿਆਂ ਲਈ ਵਧੇਰੇ ਲਚਕਤਾ ਪ੍ਰਦਾਨ ਕਰਦੀਆਂ ਹਨ। ਇੱਕ ਬਿਆਨ ਵਿੱਚ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਕਿਹਾ ਹੈ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ H1B ਫਾਈਨਲ ਰੂਲ ਅਤੇ H2 ਫਾਈਨਲ ਰੂਲ 17 ਜਨਵਰੀ 2025 ਤੋਂ ਲਾਗੂ ਹੋ ਚੁੱਕਿਆ ਹੈ, ਜੋ H1B ਗੈਰ ਪ੍ਰਵਾਸੀ ਅਤੇ H2 ਗੈਰ ਪ੍ਰਵਾਸੀ ਵੀਜ਼ਾ ਪ੍ਰੋਗਰਾਮਾਂ ਲਈ ਲੋੜਾਂ ਨੂੰ ਆਧੁਨਿਕ ਅਤੇ ਬਿਹਤਰ ਬਣਾਏਗਾ। ਇੱਥੇ ਦੱਸ ਦਈਏ ਕਿ H1B ਗੈਰ ਪ੍ਰਵਾਸੀ ਵੀਜ਼ਾ ਪ੍ਰੋਗਰਾਮ ਅਮਰੀਕੀ ਮਾਲਕਾਂ ਨੂੰ ਵਿਸ਼ੇਸ਼ ਕਿੱਤਿਆਂ ਵਿੱਚ ਵਿਦੇਸ਼ੀ ਕਾਮਿਆਂ ਨੂੰ ਅਸਥਾਈ ਤੌਰ ਤੇ ਨਿਯੁਕਤ ਕਰਨ ਦੀ ਆਗਿਆ ਦਿੰਦਾ ਹੈ, ਜਿਸ ਨੂੰ ਕਾਨੂੰਨ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ। ਇਸ ਵਿੱਚ ਬੈਚਲਰ ਜਾਂ ਉੱਚ ਡਿਗਰੀ ਜਾਂ ਇਸ ਦੇ ਬਰਾਬਰ ਦੀ ਡਿਗਰੀ ਦੀ ਲੋੜ ਹੁੰਦੀ ਹੈ। US ਫੈਡਰਲ ਰਜਿਸਟਰ ਅਨੁਸਾਰ USDHS ਅਸਥਾਈ ਖੇਤੀਬਾੜੀ ਯਾਨੀ H2A ਅਤੇ ਅਸਥਾਈ ਗੈਰ ਖੇਤੀਬਾੜੀ ਯਾਨੀ H2B ਗੈਰ ਪ੍ਰਵਾਸੀ ਕਾਮਿਆਂ ਯਾਨੀ H2 ਪ੍ਰੋਗਰਾਮ ਅਤੇ ਉਹਨਾਂ ਦੇ ਮਾਲਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਆਪਣੇ ਨਿਯਮਾਂ ਵਿੱਚ ਸੋਧ ਕਰ ਰਿਹਾ ਹੈ। ਇਸ ਨਿਯਮ ਦਾ ਉਦੇਸ਼ H2 ਪ੍ਰੋਗਰਾਮਾਂ ਦਾ ਇਕਸਾਰਤਾ ਨੂੰ ਬਿਹਤਰ ਢੰਗ ਨਾਲ ਯਕੀਨੀ ਬਣਾਉਣਾ ਅਤੇ ਕਰਮਚਾਰੀਆਂ ਲਈ ਸੁਰੱਖਿਆ ਵਧਾਉਣਾ ਹੈ। ਇੱਕ ਬਿਆਨ 'ਚ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਇਹ ਕਿਹਾ ਹੈ ਕਿ ਦੋਵੇਂ ਨਿਯਮ 18 ਦਸੰਬਰ 2024 ਨੂੰ ਫੈਡਰਲ ਰਜਿਸਟਰ ਵਿੱਚ ਪ੍ਰਕਾਸ਼ਿਤ ਕੀਤੇ ਗਏ ਸਨ। ਨਿਊਯਾਰਕ ਪੋਸਟ ਦੀ ਇੱਕ ਰਿਪੋਰਟ ਅਨੁਸਾਰ ਦਸੰਬਰ ਦੇ ਸ਼ੁਰੂ ਵਿੱਚ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ H1B ਵੀਜ਼ਾ ਪ੍ਰੋਗਰਾਮ ਲਈ ਆਪਣਾ ਸਮਰਥਨ ਜ਼ਾਹਰ ਕੀਤਾ ਅਤੇ ਇਸ ਨੂੰ ਆਪਣੀ ਜਾਇਦਾਦਾਂ ਲਈ ਅਕਸਰ ਵਰਤਣ ਦੀ ਗੱਲ ਵੀ ਸਵੀਕਾਰ ਕੀਤੀ। ਇਸ ਨੂੰ ਇੱਕ ਮਹਾਨ ਪ੍ਰੋਗਰਾਮ ਵੀ ਕਿਹਾ। ਉਹਨਾਂ ਨੇ ਉੱਚ ਹੁਨਰਮੰਦ ਕਾਮਿਆਂ ਲਈ ਇਮੀਗ੍ਰੇਸ਼ਨ ਵੀਜ਼ਾ ਲਈ ਸਮਰਥਨ ਪ੍ਰਗਟ ਕੀਤਾ। ਟਰੰਪ ਨੇ ਨਿਊਯਾਰਕ ਪੋਸਟ ਨਾਲ ਇੱਕ ਟੈਲੀਫੋਨ ਇੰਟਰਵਿਊ ਵਿੱਚ ਕਿਹਾ ਕਿ ਉਹ ਹਮੇਸ਼ਾ ਇਸ ਵੀਜ਼ੇ ਨੂੰ ਪਸੰਦ ਕਰਦੇ ਰਹੇ ਹਨ ਤੇ ਉਹਨਾਂ ਨੂੰ ਹਮੇਸ਼ਾ ਵੀਜ਼ੇ ਦੇ ਹੱਕ ਵਿੱਚ ਵੀ ਰਹੇ ਹਨ ਅਤੇ ਇਸ ਲਈ ਉਹਨਾਂ ਦੇ ਕੋਲ ਇਹ ਵੀਜ਼ੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਾਇਦਾਦਾਂ ਤੇ ਕਈ H1B ਵੀਜ਼ੇ ਹਨ ਤੇ ਹਮੇਸ਼ਾ ਉਹਨਾਂ ਨੇ H1 ਵੀਜ਼ੇ ਦੇ ਵਿੱਚ ਵਿਸ਼ਵਾਸ ਰੱਖਿਆ ਤੇ ਇਸ ਨੂੰ ਕਈ ਵਾਰ ਵਰਤਿਆ ਵੀ ਹੈ। ਇਹ ਇੱਕ ਵਧੀਆ ਪ੍ਰੋਗਰਾਮ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਟਰੰਪ ਪ੍ਰਸ਼ਾਸਨ ਦੇ ਅਹੁਦਾ ਸੰਭਾਲਣ ਦੇ ਸੰਭਾਵਨਾਵਾਂ ਸੰਦਰਭ ਵਿੱਚ ਕਈ ਮੁੱਦਿਆਂ ਤੇ ਚਿੰਤਾ ਜਤਾਈ ਹੈ। ਬਲਿੰਕਨ ਨੂੰ ਡਰ ਹੈ ਕਿ ਜੋ ਬਾਈਡਨ ਦੇ ਕਾਰਜਕਾਲ ਵਿੱਚ ਬਣਾਈਆਂ ਗਈਆਂ ਕੁਝ ਅਹਿਮ ਵਿਦੇਸ਼ੀ ਨੀਤੀਆਂ, ਖਾਸ ਤੌਰ ਤੇ ਮੱਧ ਪੂਰਬ ਅਤੇ ਯੂਕਰੇਨ ਦੇ ਨਾਲ ਜੁੜੀਆਂ ਨੀਤੀਆਂ ਨੂੰ ਟਰੰਪ ਦੁਆਰਾ ਰੱਦ ਜਾਂ ਪਿੱਛੇ ਹਟਾਇਆ ਜਾ ਸਕਦਾ ਹੈ।
ਬਲਿੰਕਨ ਦਾ ਕਹਿਣਾ ਹੈ ਕਿ ਪਿਛਲੀ ਵਾਰ ਜਦੋਂ ਉਹਨਾਂ ਦੀ ਟੀਮ ਨੇ ਸੱਤਾ ਸੰਭਾਲੀ ਸੀ ਤਾਂ ਉਹਨਾਂ ਨੂੰ ਵਿਗੜੇ ਹੋਏ ਰਿਸ਼ਤੇ ਮਿਲੇ ਸਨ। ਉਹ ਨਹੀਂ ਚਾਹੁੰਦੇ ਕਿ ਟਰੰਪ ਦੇ ਪ੍ਰਸ਼ਾਸਨ ਦੇ ਕਦਮਾਂ ਨਾਲ ਫਿਰ ਉਹੀ ਸਥਿਤੀ ਬਣੇ। ਮੱਧ ਪੂਰਬ ਅਤੇ ਯੂਕਰੇਨ ਦੇ ਵਿਚਾਲੇ ਛਿੜਿਆ ਯੁੱਧ। ਬਾਈਡਨ ਸਰਕਾਰ ਨੇ ਗਾਜ਼ਾ ਵਿੱਚ ਜੰਗ ਨੂੰ ਖਤਮ ਕਰਨ ਅਤੇ ਯੂਕਰੇਨ ਦੇ ਹਾਲਾਤ ਸੁਧਾਰਨ ਲਈ ਕਈ ਕਦਮ ਚੁੱਕੇ ਹਨ। ਬਲਿੰਕਨ ਨੂੰ ਡਰ ਹੈ ਕਿ ਟਰੰਪ ਪੁਰਾਣੇ ਪੈਟਰਨ ਤੇ ਵਾਪਸ ਚੱਲ ਸਕਦਾ ਹੈ, ਜਿਸ ਨਾਲ ਇਹ ਸਫਲਤਾਵਾਂ ਖਤਮ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਬਲਿੰਕਨ ਨੂੰ ਵਿਸ਼ਵਾਸ ਹੈ ਕਿ ਟਰੰਪ ਦੀ ਦਿਲਚਸਪੀ ਅਮਰੀਕੀ ਸਾਂਝੇਦਾਰੀਆਂ ਨੂੰ ਵਧਾਉਣ ਦੀ ਬਜਾਏ ਉਹਨਾਂ ਨੂੰ ਖਤਮ ਕਰਨ ਵਿੱਚ ਹੋ ਸਕਦੀ ਹੈ, ਖਾਸ ਕਰਕੇ ਯੂਕਰੇਨ ਨੂੰ ਦਿੱਤੀ ਗਈ ਫੌਜੀ ਸਹਾਇਤਾ ਅਤੇ ਨਾਟੋ ਨਾਲ ਸੰਬੰਧ। ਉਸ ਤੋਂ ਇਲਾਵਾ ਚਿੰਤਾਵਾਂ ਅਤੇ ਪਿਛੋਕੜ ਯੂਕਰੇਨ ਦੇ ਸਹਾਇਤਾ ਤੇ ਆਲੋਚਨਾ ਵੀ ਕਰ ਰਹੇ ਹਨ। ਟਰੰਪ ਨੇ ਯੂਕਰੇਨ ਨੂੰ ਦਿੱਤੀ ਜਾ ਰਹੀ ਫੌਜੀ ਸਹਾਇਤਾ ਦੀ ਮਜ਼ਾਕ ਬਣਾਇਆ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਤਾਰੀਫ ਕੀਤੀ। ਇਸ ਨਾਲ ਯੂਕਰੇਨ ਵਿੱਚ ਅਮਰੀਕੀ ਰੋਲ ਅਤੇ ਯੂਕਰੇਨ ਦੇ ਸੁਰੱਖਿਆ ਸੰਬੰਧੀ ਉਪਰਾਲਿਆਂ ਤੇ ਪ੍ਰਸ਼ਨ ਚਿੰਨ੍ਹ ਲੱਗੇ ਹੋਏ ਹਨ। ਟਰੰਪ ਨੇ ਪਿਛਲੇ ਕਾਰਜਕਾਲ ਦੌਰਾਨ ਨਾਟੋ ਅਤੇ ਹੋਰ ਰੱਖਿਆ ਗਠਜੋੜਾਂ ਤੇ ਸ਼ੱਕ ਜਤਾਇਆ, ਜਿਸ ਕਾਰਨ ਬਾਈਡਨ ਦੇ ਕਾਰਜਕਾਲ ਵਿੱਚ ਅਮਰੀਕੀ ਭਰੋਸੇ ਨੂੰ ਮੁੜ ਬਣਾਉਣ ਦੇ ਲਈ ਕਾਫੀ ਮਿਹਨਤ ਕੀਤੀ ਗਈ। ਇਸ ਤੋਂ ਇਲਾਵਾ ਟਰੰਪ ਅਤੇ ਬਾਈਡਨ ਦੋਵਾਂ ਨੇ ਹਮਾਸ ਇਜ਼ਰਾਈਲ ਜੰਗਬੰਦੀ ਨੂੰ ਲੈ ਕੇ ਆਪਣੇ ਕਦਮਾਂ ਦਾ ਜ਼ਿਕਰ ਵੀ ਕੀਤਾ ਹੈ। ਤਾਂ ਅੰਦਾਜ਼ੀਏ ਪਰ ਟਰੰਪ ਦਾ ਪਿਛਲਾ ਰੁਖ ਇਜ਼ਰਾਈਲ ਵੱਲ ਵੱਧ ਰਿਹਾ ਝੁਕਾਅ ਵਾਲਾ ਰਿਹਾ ਹੈ। ਇਸ ਤੋਂ ਇਲਾਵਾ ਨਤੀਜਾ ਬਲਿੰਕਨ ਦੀ ਚਿੰਤਾ ਇਸ ਗੱਲ ਤੇ ਵੀ ਹੈ ਕਿ ਬਾਈਡਨ ਪ੍ਰਸ਼ਾਸਨ ਦੁਆਰਾ ਬਣਾਈਆਂ ਗਈਆਂ ਅਹਿਮ ਸਫਲਤਾਵਾਂ ਵਿਸ਼ਵ ਪੱਧਰ ਤੇ ਅਮਰੀਕਾ ਦੀ ਸਥਿਰਤਾ ਅਤੇ ਸਨਮਾਨ ਨੂੰ ਟਰੰਪ ਦੇ ਫੈਸਲੇ ਰੱਦ ਕਰ ਸਕਦੇ ਹਨ। ਉਹਨਾਂ ਨੇ ਟਰੰਪ ਪ੍ਰਸ਼ਾਸਨ ਨੂੰ ਸਾਡੇ ਰਿਸ਼ਤਿਆਂ ਅਤੇ ਸੰਭਾਵਨਾਵਾਂ ਨੂੰ ਸਥਿਰ ਰੱਖਣ ਦੀ ਅਪੀਲ ਵੀ ਕੀਤੀ ਹੈ। ਬਲਿੰਕਨ ਦਾ ਸੁਝਾਅ ਵੀ ਹੈ ਕਿ ਆਉਣ ਵਾਲੇ ਪ੍ਰਸ਼ਾਸਨ ਨੂੰ ਬਾਈਡਨ ਸਰਕਾਰ ਦੀਆਂ ਸਫਲਤਾਵਾਂ ਨੂੰ ਸਥਿਰ ਰੱਖਦੇ ਹੋਏ ਵਿਦੇਸ਼ੀ ਸਾਂਝੇਦਾਰੀਆਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਅਹੁਦੇ ਦੀ ਸਹੁੰ ਚੁੱਕਣ ਲਈ ਆਪਣੀ ਮਾਂ ਦੁਆਰਾ ਦਿੱਤੀ ਗਈ ਬਾਈਬਲ ਅਤੇ ਲਿੰਕਨ ਬਾਈਬਲ ਦੀ ਵਰਤੋਂ ਕਰਨਗੇ। ਟਰੰਪ ਦਾ ਰਾਸ਼ਟਰਪਤੀ ਅਹੁਦੇ ਦਾ ਸਹੁੰ ਚੁੱਕ ਸਮਾਗਮ 20 ਜਨਵਰੀ ਨੂੰ ਹੋਵੇਗਾ। ਰਿਪੋਰਟਾਂ ਮੁਤਾਬਕ ਟਰੰਪ ਦਾ ਸਹੁੰ ਚੁੱਕ ਸਮਾਗਮ ਕੈਪੀਟਲ ਰੋਟੁੰਡਾ ਦੇ ਅੰਦਰ ਹੋਵੇਗਾ, ਕਿਉਂਕਿ ਤਾਪਮਾਨ ਬਹੁਤ ਠੰਡਾ ਰਹਿਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਟਰੰਪ 20 ਜਨਵਰੀ ਨੂੰ ਸੋਮਵਾਰ ਨੂੰ ਦੂਜੇ ਕਾਰਜਕਾਲ ਲਈ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਟਰੰਪ ਆਪਣੀ ਮਾਂ ਵੱਲੋਂ ਦਿੱਤੀ ਗਈ ਬਾਈਬਲ ਦੇ ਨਾਲ ਸਹੁੰ ਚੁੱਕਣਗੇ। ਟਰੰਪ ਨੇ ਇਹ ਬਾਈਬਲ 1955 ਵਿੱਚ ਜਮਾਇਕਾ, ਨਿਊਯਾਰਕ ਵਿੱਚ ਫਸਟ ਪ੍ਰੈਸਬੀਟੇਰੀਅਨ ਚਰਚ ਵਿੱਚ ਸੰਡੇ ਚਰਚ ਪ੍ਰਾਇਮਰੀ ਸਕੂਲ ਗ੍ਰੈਜੂਏਸ਼ਨ ਦੌਰਾਨ ਪ੍ਰਾਪਤ ਕੀਤੀ ਸੀ। ਇਹ ਬਾਈਬਲ 1953 ਦਾ ਸੰਸ਼ੋਧਿਤ ਸਟੈਂਡਰਡ ਸੰਸਕਰਣ ਹੈ, ਜੋ ਨਿਊਯਾਰਕ ਵਿੱਚ ਥਾਮਸ ਨੈਲਸਨ ਐਂਡ ਸੰਸ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਅਤੇ ਸਾਹਮਣੇ ਕਵਰ ਦੇ ਹੇਠਲੇ ਹਿੱਸੇ ਵਿੱਚ ਉਸ ਦਾ ਨਾਮ ਉਭਰਿਆ ਹੋਇਆ ਹੈ। ਮੀਡੀਆ ਰਿਲੀਜ਼ ਵਿੱਚ ਕਿਹਾ ਗਿਆ ਕਿ ਅੰਦਰੂਨੀ ਕਵਰ ਚਰਚ ਦੇ ਅਧਿਕਾਰੀਆਂ ਦੁਆਰਾ ਹਸਤਾਖਰਿਤ ਹੈ ਅਤੇ ਇਸ ਵਿੱਚ ਰਾਸ਼ਟਰਪਤੀ ਦਾ ਨਾਮ ਅਤੇ ਇਹ ਵਰਣਨ ਹੈ ਕਿ ਇਸ ਨੂੰ ਕਦੋਂ ਪੇਸ਼ ਕੀਤਾ ਗਿਆ ਸੀ। ਲਿੰਕਨ ਬਾਈਬਲ ਪਹਿਲੀ ਵਾਰ 4 ਮਾਰਚ 1861 ਨੂੰ 16ਵੇਂ ਰਾਸ਼ਟਰਪਤੀ ਦੇ ਉਦਘਾਟਨ ਸਮੇਂ ਵਰਤੀ ਗਈ ਸੀ। ਡੋਨਾਲਡ ਟਰੰਪ ਦੀ ਨਵੀਂ ਟੀਮ ਵਿੱਚ ਸ਼ਾਮਲ ਹਰੇਕ ਮੈਂਬਰ ਨੇ ਆਪਣੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਉਹ ਟਰੰਪ ਦੇ ਦੂਸਰੇ ਕਾਰਜਕਾਲ ਵਿੱਚ ਅਹਿਮ ਭੂਮਿਕਾਵਾਂ ਨਿਭਾਉਣਗੇ। ਔਰ ਟਰੰਪ ਦੀ ਟੀਮ ਦੇ ਕੁਝ ਮਹੱਤਵਪੂਰਨ ਮੈਂਬਰ ਅਤੇ ਉਹਨਾਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ ਵੀ ਹਨ, ਜਿਸ ਵਿੱਚ ਐਲੋਨ ਮਸਕ, ਜਿਨ੍ਹਾਂ ਦੇ ਕੋਲ ਸਰਕਾਰੀ ਖਰਚੇ ਘਟਾਉਣ ਲਈ ਇੱਕ ਨਵੇਂ ਵਿਭਾਗ ਦੇ ਮੁਖੀ ਹਨ। ਵਿਵੇਕ ਰਾਮਾਸਵਾਮੀ ਐਲੋਨ ਮਸਕ ਦੇ ਨਾਲ ਸਰਕਾਰੀ ਕੁਸ਼ਲਤਾ ਵਿਭਾਗ ਦੇ ਸਹਿ ਮੁਖੀ ਹਨ। ਉਸ ਤੋਂ ਇਲਾਵਾ ਕ੍ਰਿਸਟੀ ਨੋਏਮ ਦੇਸ਼ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਂਭਣਗੇ। ਟੌਮ ਹੋਮਨ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਸਾਂਭਣਗੇ। ਉਸ ਤੋਂ ਇਲਾਵਾ ਸਕਾਟ ਬੇਸਨ ਜੋ ਕਿ ਵਿੱਤ ਮੰਤਰੀ ਹਨ, ਰੋਬਰਟ ਐਫ ਕੈਨੇਡੀ ਜੂਨੀਅਰ ਜੋ ਸਿਹਤ ਮੰਤਰੀ ਹਨ, ਹਾਵਰਡ ਲੁਟਨਿਕ ਵਣਜ ਮੰਤਰੀ ਹਨ, ਮਾਰਕੋ ਰੂਬੀਓ ਵਿਦੇਸ਼ ਮੰਤਰੀ ਹਨ, ਮਾਈਕਲ ਵੋਲਸ ਰਾਸ਼ਟਰੀ ਸੁਰੱਖਿਆ ਸਲਾਹਕਾਰ ਹਨ, ਤੁਲਸੀ ਗਬਾਰਡ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਹਨ। ਇਹ ਟੀਮ ਟਰੰਪ ਦੀਆਂ ਨੀਤੀਆਂ ਅਤੇ ਏਜੰਡੇ ਨੂੰ ਅੱਗੇ ਵਧਾਉਣ ਦੇ ਲਈ ਤਿਆਰ ਕੀਤੀ ਗਈ ਹੈ। ਹਰ ਮੈਂਬਰ ਨੂੰ ਟਰੰਪ ਦੀ ਪ੍ਰਸ਼ਾਸਨਿਕ ਰੂਪਰੇਖਾ ਅਨੁਸਾਰ ਚੁਣਿਆ ਗਿਆ ਹੈ, ਜੋ ਉਹਨਾਂ ਦੇ ਖਾਸ ਤਜਰਬੇ ਅਤੇ ਸਮਰਥਨ ਨੂੰ ਧਿਆਨ ਵਿੱਚ ਰੱਖਦਾ ਹੈ। 20 ਜਨਵਰੀ ਨੂੰ ਪੂਰੀ ਦੁਨੀਆ ਦੀਆਂ ਨਜ਼ਰਾਂ ਅਮਰੀਕਾ ਤੇ ਟਿਕੀਆਂ ਹੋਣਗੀਆਂ। ਇਸ ਦਿਨ ਡੋਨਾਲਡ ਟਰੰਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਮੌਸਮ ਵਿਭਾਗ ਵੱਲੋਂ ਠੰਡ ਨੂੰ ਲੈ ਕੇ ਜਾਰੀ ਕੀਤੇ ਗਏ ਅਲਰਟ ਕਰਕੇ ਟਰੰਪ ਦੇ ਸਹੁੰ ਚੁੱਕ ਸਮਾਗਮ ਦੀ ਜਗ੍ਹਾ ਬਦਲ ਦਿੱਤੀ ਗਈ ਹੈ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਹੁੰ ਚੁੱਕ ਸਮਾਗਮ 20 ਜਨਵਰੀ ਨੂੰ ਸੋਮਵਾਰ ਨੂੰ ਅਮਰੀਕੀ ਕੈਪੀਟਲ ਦੇ ਅੰਦਰ ਹੋਵੇਗਾ, ਨਾ ਕਿ ਕੜਾਕੇ ਦੀ ਠੰਡ ਕਰਕੇ ਖੁੱਲੇ ਦੇ ਵਿੱਚ। 40 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ ਅੰਦਰ ਹੋਵੇਗਾ। ਡੋਨਾਲਡ ਟਰੰਪ ਨੇ 17 ਜਨਵਰੀ ਨੂੰ ਆਪਣੇ ਸੋਸ਼ਲ ਪਲੇਟਫਾਰਮ ਤੇ ਕਿਹਾ ਕਿ ਦੇਸ਼ ਵਿੱਚ ਇੱਕ ਆਰਕਟਿਕ ਤੂਫਾਨ ਚੱਲ ਰਿਹਾ ਹੈ
ਤੇ ਉਹ ਨਹੀਂ ਚਾਹੁੰਦੇ ਕਿ ਲੋਕ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨੂੰ ਝੱਲਣ ਜਾਂ ਜ਼ਖਮੀ ਹੋਣ। ਇਸ ਲਈ ਉਹਨਾਂ ਨੇ ਪ੍ਰਾਰਥਨਾਵਾਂ ਅਤੇ ਹੋਰ ਭਾਸ਼ਣ ਤੋਂ ਇਲਾਵਾ ਉਦਘਾਟਨੀ ਭਾਸ਼ਣ ਸੰਯੁਕਤ ਰਾਜ ਅਮਰੀਕਾ ਕੈਪੀਟਲ ਰੋਟੁੰਡਾ ਵਿੱਚ ਦੇਣ ਦਾ ਆਦੇਸ਼ ਦਿੱਤਾ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਵੀ ਠੰਡ ਕਾਰਨ ਸਹੁੰ ਚੁੱਕ ਸਮਾਗਮ ਦਾ ਸਥਾਨ ਬਦਲ ਦਿੱਤਾ ਸੀ। 1985 ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਵੀ ਠੰਡ ਕਰਕੇ ਰੋਟੁੰਡਾ ਵਿੱਚ ਭਾਸ਼ਣ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਸਮਾਰੋਹ ਅਮਰੀਕੀ ਕੈਪੀਟਲ ਦੇ ਬਾਹਰ ਨੈਸ਼ਨਲ ਮਾਲ ਵਿੱਚ ਹੋਣਾ ਸੀ। ਸੋਮਵਾਰ ਨੂੰ ਵਾਸ਼ਿੰਗਟਨ ਵਿੱਚ ਟਰੰਪ ਦੇ ਸਹੁੰ ਚੁੱਕ ਸਮਾਗਮ ਸਮੇਂ ਤਾਪਮਾਨ -7 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੌਰਾਨ ਠੰਡੀਆਂ ਹਵਾਵਾਂ ਲੋਕਾਂ ਨੂੰ ਪਰੇਸ਼ਾਨ ਕਰ ਸਕਦੀਆਂ ਹਨ। ਟਰੰਪ ਨੇ ਕਿਹਾ ਹੈ ਕਿ ਸਮਰਥਕ ਕੈਪੀਟਲ 1 ਏਰੀਨਾ ਦੇ ਅੰਦਰ ਸਕਰੀਨਾਂ ਤੇ ਸਮਾਗਮ ਦੇਖ ਸਕਦੇ ਹਨ। ਕੈਪੀਟਲ 1 ਐਰੀਨਾ ਇੱਕ ਪੇਸ਼ੇਵਰ ਬਾਸਕਟਬਾਲ ਅਤੇ ਹਾਕੀ ਦਾ ਮੈਦਾਨ ਹੈ ਜੋ ਵਾਸ਼ਿੰਗਟਨ ਡੀਸੀ ਦੇ ਡਾਊਨਟਾਊਨ ਵਿੱਚ ਸਥਿਤ ਹੈ ਅਤੇ ਜਿਸ ਵਿੱਚ 20,000 ਲੋਕ ਬੈਠ ਸਕਦੇ ਹਨ। ਭਾਰਤੀ ਅਮਰੀਕੀ ਨੇਤਾ ਵਿਵੇਕ ਰਾਮਾਸਵਾਮੀ ਓਹੀਓ ਦੇ ਗਵਰਨਰ ਅਹੁਦੇ ਦੀ ਚੋਣ ਲੜਨ ਦੀ ਯੋਜਨਾ ਬਣਾ ਰਹੇ ਹਨ। ਇਹ ਜਾਣਕਾਰੀ ਕਈ ਮੀਡੀਆ ਰਿਪੋਰਟਾਂ ਵਿੱਚ ਦਿੱਤੀ ਗਈ ਹੈ। ਰਾਮਾਸਵਾਮੀ ਨੇ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਰਿਪਬਲਿਕਨ ਪਾਰਟੀ ਤੋਂ ਆਪਣੀ ਉਮੀਦਵਾਰੀ ਪੇਸ਼ ਕੀਤੀ ਸੀ। ਰਾਮਾਸਵਾਮੀ ਨੂੰ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਨਵੇਂ ਚੁਣੇ ਗਏ ਉਪ ਰਾਸ਼ਟਰਪਤੀ ਜੈਡੀ ਵੈਂਸ ਦਾ ਕਰੀਬੀ ਮੰਨਿਆ ਜਾਂਦਾ ਹੈ। ਟਰੰਪ ਨੇ ਉਹਨਾਂ ਨੂੰ ਸ਼ਾਸਨ ਵਿੱਚ ਸੁਧਾਰ ਲਿਆਉਣ ਦੇ ਲਈ ਟੈਸਲਾ ਦੇ ਮਾਲਕ ਐਲੋਨ ਮਸਕ ਨਾਲ ਕੰਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਵਾਸ਼ਿੰਗਟਨ ਪੋਸਟ ਨੇ ਸੂਤਰਾਂ ਦੇ ਹਵਾਲੇ ਦੇ ਨਾਲ ਦੱਸਿਆ ਹੈ ਕਿ ਰਾਮਾਸਵਾਮੀ ਓਹੀਓ ਦੇ ਗਵਰਨਰ ਦੇ ਅਹੁਦੇ ਲਈ ਚੋਣ ਲੜਨ ਦੀ ਯੋਜਨਾ ਬਣਾ ਰਹੇ ਹਨ ਅਤੇ ਉਹ ਜਲਦੀ ਹੀ ਇਸ ਦਾ ਐਲਾਨ ਵੀ ਕਰ ਸਕਦੇ ਹਨ। ਰਾਮਾਸਵਾਮੀ ਦੀ ਇਸ ਯੋਜਨਾ ਤੋਂ ਜਾਣੂ ਉਹਨਾਂ ਦੇ ਇੱਕ ਕਰੀਬੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਵਾਸ਼ਿੰਗਟਨ ਪੋਸਟ ਨੂੰ ਦੱਸਿਆ ਹੈ ਕਿ ਉਹ ਜਲਦੀ ਹੀ ਯਾਨੀ ਰਾਮਾਸਵਾਮੀ ਜਲਦੀ ਹੀ ਗਵਰਨਰ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰਨਗੇ। ਉਹਨਾਂ ਨੇ ਕਿਹਾ ਘੋਸ਼ਣਾ ਪੱਤਰ ਦਾ ਖਰੜਾ ਤਿਆਰ ਹੈ। ਜੇਕਰ ਉਹ ਚੁਣੇ ਜਾਂਦੇ ਹਨ ਤਾਂ ਉਹ ਓਹੀਓ ਦੇ ਗਵਰਨਰ ਮਾਈਕ ਟੈਵਿਨ ਦੀ ਥਾਂ ਲੈਣਗੇ। ਓਹੀਓ ਵਿੱਚ ਚੋਣਾਂ ਨਵੰਬਰ 2026 ਵਿੱਚ ਹੋਣੀਆਂ ਹਨ। ਅਮਰੀਕਾ ਦੀ ਨਾਮੀ ਕੰਪਨੀ ਤੇ ਭਾਰਤੀ ਮੂਲ ਦੇ ਨੌਜਵਾਨ ਦਾ ਕਤਲ ਕਰਨ ਦੇ ਦੋਸ਼ ਲੱਗੇ ਹਨ। ਸੁਚੀਰ ਬਾਲਾਜੀ ਦੀ ਮਾਂ ਪੂਰਨਿਮਾ ਰਾਓ ਨੇ ਇੱਕ ਪੋਡਕਾਸਟ ਦੌਰਾਨ ਸਾਫ਼ ਲਫ਼ਜ਼ਾਂ ਵਿੱਚ ਆਖ ਦਿੱਤਾ ਹੈ ਕਿ ਗੁੱਜੇ ਭੇਤਾਂ ਤੋਂ ਪਰਦਾ ਚੁੱਕੇ ਜਾਣ ਦੇ ਡਰੋਂ ਓਪਨ AI ਨੇ ਉਹਨਾਂ ਦੇ ਪੁੱਤ ਦਾ ਕਥਿਤ ਤੌਰ ਤੇ ਕਤਲ ਕਰ ਦਿੱਤਾ। ਉਧਰ ਐਲੋਨ ਮਸਕ ਵੱਲੋਂ ਪੂਰਨਿਮਾ ਰਾਓ ਦੇ ਦੋਸ਼ਾਂ ਨੂੰ ਬੇहद ਚਿੰਤਾਜਨਕ ਕਰਾਰ ਦਿੱਤਾ ਗਿਆ। ਪੂਰਨਿਮਾ ਰਾਓ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਦੀ ਮੌਤ 22 ਨਵੰਬਰ 2024 ਨੂੰ ਹੋਈ ਪਰ ਇਸ ਬਾਰੇ 26 ਨਵੰਬਰ ਨੂੰ ਪਤਾ ਲੱਗ ਸਕਿਆ। ਇਸ ਤੋਂ ਪਹਿਲਾਂ ਭਾਰਤੀ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਸੀ ਕਿ ਸੁਚੀਰ ਨੂੰ ਖੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਦਾ ਕਤਲ ਕੀਤਾ ਗਿਆ। ਸੁਚੀਰ ਬਾਲਾਜੀ ਦੇ ਮਾਪਿਆਂ ਪੋਸਟਮਾਰਟਮ ਦੀ ਦੂਜੀ ਰਿਪੋਰਟ ਦਾ ਹਵਾਲਾ ਦਿੱਤਾ ਜਿਸ ਵਿੱਚ ਸਿਰ ਤੇ ਗੰਭੀਰ ਸੱਟ ਅਤੇ ਸੁਚੀਰ ਵੱਲੋਂ ਮੌਤ ਤੋਂ ਪਹਿਲਾਂ ਸੰਘਰਸ਼ ਕਰਨ ਦੇ ਸੰਕੇਤ ਮਿਲੇ ਹਨ। ਸੁਚੀਰ ਦੇ ਪਿਤਾ ਦਾ ਕਹਿਣਾ ਹੈ ਕਿ ਆਖਰੀ ਵਾਰ ਗੱਲਬਾਤ ਦੌਰਾਨ ਉਹਨਾਂ ਦਾ ਬੇਟਾ ਕਾਫੀ ਖੁਸ਼ ਸੀ। ਇਹ ਪੁੱਛੇ ਜਾਂਦੇ ਕਿ ਕੀ ਸੁਚੀਰ ਨੇ ਕਿਸੇ ਹੋਰ ਕੰਪਨੀ ਵਿੱਚ ਨੌਕਰੀ ਕਰ ਲਈ ਹੈ ਤਾਂ ਪੂਰਨਿਮਾ ਰਾਮਰਾਓ ਨੇ ਕਿਹਾ ਕਿ ਸੰਭਾਵਤ ਤੌਰ ਤੇ ਓਪਨ AI ਵਾਲੇ ਉਸ ਨੂੰ ਧਮਕਾ ਰਹੇ ਸਨ ਅਤੇ ਕਿਸੇ ਹੋਰ ਕੰਪਨੀ ਵਿੱਚ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਸੀ। ਸੁਚੀਰ ਵੱਲੋਂ ਕਾਪੀਰਾਈਟ ਮਾਮਲਿਆਂ ਦੇ ਵਕੀਲ ਨਾਲ ਸਲਾਹ ਮਸ਼ਵਰਾ ਵੀ ਕੀਤਾ ਗਿਆ ਪਰ ਉਸ ਉੱਤੇ ਦਬਾਅ ਪਾਇਆ ਜਾ ਰਿਹਾ ਸੀ। ਸੁਚੀਰ ਦੇ ਮਾਪਿਆਂ ਮੁਤਾਬਕ ਨਿਊਯਾਰਕ ਟਾਈਮਜ਼ ਨੂੰ ਦਿੱਤੀ ਇੰਟਰਵਿਊ ਵਿੱਚ ਉਸ ਦੀ ਮੌਤ ਦਾ ਕਾਰਨ ਦੱਸਿਆ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ 26 ਸਾਲ ਦੇ ਸੁਚੀਰ ਬਾਲਾਜੀ ਦੀ ਲਾਸ਼ 26 ਨਵੰਬਰ ਨੂੰ ਸੈਨ ਫਰਾਂਸਿਸਕੋ ਦੇ ਇੱਕ ਅਪਾਰਟਮੈਂਟ ਵਿੱਚੋਂ ਮਿਲੀ ਪਰ ਪੁਲਿਸ ਵੱਲੋਂ ਤਹਿਕੀਕਾਤ ਮੁਕੰਮਲ ਕਰਨ ਤੋਂ ਬਾਅਦ ਹੀ ਮਾਮਲਾ ਜਨਤਕ ਕੀਤਾ ਗਿਆ। ਪਹਿਲੀ ਰਿਪੋਰਟ ਵਿੱਚ ਮੈਡੀਕਲ ਐਗਜ਼ਾਮੀਨਰ ਨੂੰ ਸੁਚੀਰ ਦੀ ਮੌਤ ਪਿੱਛੇ ਕੋਈ ਸਾਜ਼ਿਸ਼ ਨਜ਼ਰ ਨਹੀਂ ਆਈ ਅਤੇ ਖੁਦਕੁਸ਼ੀ ਦਾ ਸ਼ੱਕ ਜ਼ਾਹਰ ਕੀਤਾ ਗਿਆ। ਨਵੰਬਰ 2020 ਤੋਂ ਅਗਸਤ 2024 ਤੱਕ ਓਪਨ AI ਵਾਸਤੇ ਕੰਮ ਕਰਨ ਵਾਲਾ ਸੁਚੀਰ ਬਾਲਾਜੀ ਉਸ ਵੇਲੇ ਚਰਚਾ ਵਿੱਚ ਆਇਆ ਜਦੋਂ ਉਸਨੇ ਆਪਣੀ ਕੰਪਨੀ ਬਾਰੇ ਕਈ ਹੈਰਾਨਕੁਨ ਖੁਲਾਸੇ ਕਰ ਦਿੱਤੇ। ਨਿਊਯਾਰਕ ਟਾਈਮਜ਼ ਨਾਲ ਇੱਕ ਇੰਟਰਵਿਊ ਦੌਰਾਨ ਸੁਚੀਰ ਨੇ ਕਿਹਾ ਸੀ ਕਿ ਓਪਨ AI ਦਾ ਬਿਜ਼ਨਸ ਮਾਡਲ ਸਟੇਬਲ ਨਹੀਂ ਹੈ ਅਤੇ ਇੰਟਰਨੈਟ ਇੱਕ ਇਕੋਸਿਸਟਮ ਵਾਸਤੇ ਬੇहद ਨੁਕਸਾਨਦੇਹ ਹੈ। ਸੁਚੀਰ ਨੇ ਦੋਸ਼ ਲਾਇਆ ਕਿ ਕੰਪਨੀ ਨੇ ਆਪਣਾ ਪ੍ਰੋਗਰਾਮ ਡਿਵੈਲਪ ਕਰਨ ਲਈ ਆਨਲਾਈਨ ਡਾਟਾ ਦੀ ਨਕਲ ਕੀਤੀ ਅਤੇ ਅਮਰੀਕਾ ਵਿੱਚ ਕਾਪੀਰਾਈਟ ਨਿਯਮਾਂ ਦੀ ਉਲੰਘਣਾ ਹੋਈ ਹੈ। ਉਹਨਾਂ ਨੇ ਲੋਕਾਂ ਨੂੰ ਜਲਦ ਤੋਂ ਜਲਦ ਕੰਪਨੀ ਛੱਡਣ ਦਾ ਸੱਦਾ ਵੀ ਦਿੱਤਾ। ਦੱਸ ਦਈਏ ਕਿ ਸੁਚੀਰ ਬਾਲਾਜੀ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਤੋਂ ਕੰਪਿਊਟਰ ਸਾਇੰਸ ਦੀ ਪੜ੍ਹਾਈ ਕੀਤੀ ਅਤੇ ਓਪਨ AI ਵਿੱਚ ਇੰਟਰਨਸ਼ਿਪ ਕਰਨ ਲੱਗਾ। ਬਾਲਾਜੀ ਨੇ 2022 ਦੇ ਸ਼ੁਰੂ ਵਿੱਚ GPT-4 ਨਾਂ ਦੇ ਇੱਕ ਨਵੇਂ ਪ੍ਰੋਗਰਾਮ ਵਾਸਤੇ ਡਾਟਾ ਇਕੱਠਾ ਕਰਨਾ ਸ਼ੁਰੂ ਕੀਤਾ ਪਰ ਕੁਝ ਹੀ ਮਹੀਨੇ ਵਿੱਚ ਪਤਾ ਲੱਗਾ ਕਿ ਕੰਪਨੀ ਆਪਣਾ ਪ੍ਰੋਗਰਾਮ ਤਿਆਰ ਕਰਨ ਲਈ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਕਰ ਰਹੀ ਹੈ। ਸੁਚੀਰ ਦੇ ਮਾਪਿਆਂ ਵੱਲੋਂ ਅਸਲੀਅਤ ਸਾਹਮਣੇ ਲਿਆਉਣ ਦੇ ਲਈ ਮਾਮਲੇ ਦੀ ਪੜਤਾਲ FBI ਤੋਂ ਕਰਵਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰੀ ਸੁਰੱਖਿਆ ਦੇ ਆਧਾਰ ਤੇ ਟਿਕਟੌਕ ਨੂੰ ਚੀਨੀ ਕੰਪਨੀ ਬਾਈਟ ਡਾਂਸ ਤੋਂ ਵੱਖ ਕਰਨ ਜਾਂ ਅਮਰੀਕਾ 'ਚ ਇਸ ਤੇ ਪਾਬੰਦੀ ਲਗਾਉਣ ਦੇ ਕਾਨੂੰਨ ਨੂੰ ਰੋਕਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਫੈਸਲੇ ਨੂੰ ਟਿਕਟੌਕ ਅਤੇ ਇਸ ਦੇ ਉਪਭੋਗਤਾਵਾਂ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਪਲੇਟਫਾਰਮ ਦੀ ਵਰਤੋਂ ਅਮਰੀਕਾ ਦੀ ਲਗਭਗ ਅੱਧੀ ਆਬਾਦੀ ਦੁਆਰਾ ਕੀਤਾ ਜਾਂਦਾ ਹੈ। ਸੁਪਰੀਮ ਕੋਰਟ ਨੇ ਚੀਨ ਆਧਾਰਿਤ ਬਾਈਟ ਡਾਂਸ ਨੂੰ ਐਤਵਾਰ ਤੱਕ ਟਿਕਟੌਕ ਦੀ ਆਪਣੀ ਮਲਕੀਅਤ ਵੇਚਣ ਜਾਂ ਅਮਰੀਕਾ ਵਿੱਚ ਪ੍ਰਸਿੱਧ ਸੋਸ਼ਲ ਮੀਡੀਆ ਐਪ ਤੇ ਪ੍ਰਭਾਵੀ ਪਾਬੰਦੀ ਦਾ ਸਾਹਮਣਾ ਕਰਨ ਲਈ ਮਜਬੂਰ ਕਰਨ ਵਾਲੇ ਕਾਨੂੰਨ ਨੂੰ ਬਰਕਰਾਰ ਰੱਖਿਆ। ਸਰਬਸੰਮਤੀ ਨਾਲ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਬਾਈਡਨ ਪ੍ਰਸ਼ਾਸਨ ਦਾ ਪੱਖ ਲਿਆ ਅਤੇ ਅਪ੍ਰੈਲ ਵਿੱਚ ਰਾਸ਼ਟਰਪਤੀ ਜੋ ਬਾਈਡਨ ਦੁਆਰਾ ਹਸਤਾਖਰ ਕੀਤੇ ਗਏ ਵਿਦੇਸ਼ੀ ਨਿਯੰਤਰਿਤ ਐਪਲੀਕੇਸ਼ਨ ਐਕਟ ਤੋਂ ਸੁਰੱਖਿਆ ਕਰਨ ਵਾਲੇ ਅਮਰੀਕੀਆਂ ਨੂੰ ਬਰਕਰਾਰ ਰੱਖਿਆ। ਸੁਪਰੀਮ ਕੋਰਟ ਦੀ ਰਾਏ ਵਿੱਚ ਕਿਹਾ ਗਿਆ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ 170 ਮਿਲੀਅਨ ਤੋਂ ਵੱਧ ਅਮਰੀਕੀਆਂ ਲਈ ਟਿਕਟੌਕ ਪ੍ਰਗਟਾਵੇ ਲਈ ਇੱਕ ਵਿਲੱਖਣ ਅਤੇ ਵਿਆਪਕ ਆਊਟਲੈਟ, ਸ਼ਮੂਲੀਅਤ ਦਾ ਇੱਕ ਸਾਧਨ ਅਤੇ ਭਾਈਚਾਰੇ ਦਾ ਇੱਕ ਸਰੋਤ ਪ੍ਰਦਾਨ ਕਰਦਾ ਹੈ। ਅਮਰੀਕਾ ਵਿੱਚ ਟਿਕਟੌਕ ਦੀ ਕਿਸਮਤ ਹੁਣ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੱਥ ਵਿੱਚ ਹੈ, ਜਿਸ ਨੇ ਅਸਲ ਵਿੱਚ ਆਪਣੇ ਪਹਿਲੇ ਪ੍ਰਸ਼ਾਸਨ ਦੌਰਾਨ ਟਿਕਟੌਕ ਪਾਬੰਦੀ ਦਾ ਸਮਰਥਨ ਕੀਤਾ ਸੀ, ਪਰ ਉਦੋਂ ਤੋਂ ਇਸ ਮਾਮਲੇ ਤੇ ਆਪਣਾ ਰੁਖ ਬਦਲ ਲਿਆ ਹੈ। ਦਸੰਬਰ ਵਿੱਚ ਟਰੰਪ ਨੇ ਸੁਪਰੀਮ ਕੋਰਟ ਨੂੰ ਕਾਨੂੰਨ ਨੂੰ ਲਾਗੂ ਕਰਨ ਨੂੰ ਰੋਕਣ ਅਤੇ ਉਸ ਦੇ ਪ੍ਰਸ਼ਾਸਨ ਨੂੰ ਮਾਮਲੇ ਵਿੱਚ ਮੁੱਦੇ ਤੇ ਸਵਾਲਾਂ ਦੇ ਸਿਆਸੀ ਹੱਲ ਦੀ ਪੈਰਵੀ ਕਰਨ ਦਾ ਮੌਕਾ ਦੇਣ ਲਈ ਬੇਨਤੀ ਕੀਤੀ ਸੀ। ਸਵੀਡਨ ਦੀ ਸਰਕਾਰ ਸਵੀਡਿਸ਼ ਨਾਗਰਿਕਤਾ ਪ੍ਰਾਪਤ ਕਰਨ ਲਈ ਨਿਯਮਾਂ ਨੂੰ ਸਖਤ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਤਹਿਤ ਸਵੀਡਿਸ਼ ਨਾਗਰਿਕ ਬਣਨ ਲਈ ਕਿਸੇ ਵੀ ਦੇਸ਼ ਨੂੰ ਹੁਣ ਸਵੀਡਨ ਵਿੱਚ 5 ਸਾਲ ਦੀ ਬਜਾਏ 8 ਸਾਲ ਰਹਿਣਾ ਹੋਵੇਗਾ। ਇਸ ਤੋਂ ਇਲਾਵਾ ਸਮਾਜ ਅਤੇ ਕਦਰਾਂ ਕੀਮਤਾਂ ਤੇ ਆਧਾਰਿਤ ਇੱਕ ਪ੍ਰੀਖਿਆ ਪਾਸ ਕਰਨੀ ਹੋਵੇਗੀ ਅਤੇ ਇੱਕ ਭਾਸ਼ਾ ਪ੍ਰੀਖਿਆ ਦੇਣੀ ਹੋਵੇਗੀ, ਜਿਸ ਨਾਲ ਸਰਕਾਰ ਨੂੰ ਪਤਾ ਲੱਗ ਸਕੇ ਕਿ ਕੋਈ ਵਿਦੇਸ਼ੀ ਸਵੀਡਿਸ਼ ਨਾਗਰਿਕ ਬਣਨ ਦੇ ਯੋਗ ਹੈ ਜਾਂ ਨਹੀਂ। ਸਵੀਡਨ ਦੇ ਪ੍ਰਵਾਸ ਮੰਤਰੀ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਵਿੱਚ ਕਿਹਾ ਕਿ ਨਾਗਰਿਕਤਾ ਹਾਸਲ ਕੀਤੀ ਜਾਣੀ ਚਾਹੀਦੀ ਹੈ, ਬਿਨਾਂ ਸ਼ਰਤ ਦਿੱਤੀ ਨਹੀਂ ਜਾਣੀ ਚਾਹੀਦੀ। ਉਧਰ ਹੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਵਿਦੇਸ਼ੀਆਂ ਨੂੰ ਸਵੀਡਿਸ਼ ਨਾਗਰਿਕਤਾ ਦੇਣ ਨਾਲ ਵੱਖ-ਵੱਖ ਪਿਛੋਕੜਾਂ ਦੇ ਲੋਕਾਂ ਨੂੰ ਇੱਕ ਸਾਂਝੀ ਸਵੀਡਿਸ਼ ਪਛਾਣ ਦੇ ਤਹਿਤ ਇਕੱਠੇ ਲਿਆਉਣ ਵਿੱਚ ਮਦਦ ਮਿਲਦੀ ਹੈ। ਉਹਨਾਂ ਨੇ ਕਿਹਾ ਕਿ ਨਾਗਰਿਕਤਾ ਵਿੱਚ ਤਬਦੀਲੀ ਅਜਿਹੇ ਸਮੇਂ ਵਿੱਚ ਖਾਸ ਤੌਰ ਤੇ ਮਹੱਤਵਪੂਰਨ ਹੈ ਜਦੋਂ ਸਵੀਡਨ ਨੇ ਹਾਲ ਹੀ ਦੇ ਸਾਲਾਂ ਵਿੱਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲੱਖਾਂ ਲੋਕਾਂ ਦਾ ਸਵਾਗਤ ਕੀਤਾ ਹੈ। ਸਵੀਡਿਸ਼ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਦੀ ਕੇਂਦਰੀ ਸੱਜੇ ਪੱਖੀ ਸਰਕਾਰ ਘੱਟ ਗਿਣਤੀ ਵਿੱਚ ਹੈ ਅਤੇ ਉਹ ਇਮੀਗ੍ਰੇਸ਼ਨ ਵਿਰੋਧੀ ਸਵੀਡਨ ਡੈਮੋਕ੍ਰੇਟਸ ਨਾਲ ਗੱਠਜੋੜ ਵਿੱਚ ਸਰਕਾਰ ਚਲਾ ਰਹੇ ਹਨ। 2022 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਕ੍ਰਿਸਟਰਸਨ ਨੇ ਨਾਗਰਿਕਤਾ ਤੇ ਸਖਤ ਨਿਯਮ ਲਾਗੂ ਕੀਤੇ। ਨਾਗਰਿਕਤਾ ਬਾਰੇ ਜਾਂਚ ਕਮੇਟੀ ਦੇ ਮੁਖੀ ਕਿਰਸੀ ਲਾਕਸੋ ਨੇ ਕਿਹਾ ਹੈ ਕਿ ਨਿਯਮਾਂ ਵਿੱਚ ਬਦਲਾਅ ਇੱਕ ਅਜਿਹੇ ਵਿਦੇਸ਼ੀ ਲਈ ਸਵੀਡਿਸ਼ ਨਾਗਰਿਕਤਾ ਪ੍ਰਾਪਤ ਕਰਨਾ ਹੋਰ ਵੀ ਮੁਸ਼ਕਿਲ ਬਣਾ ਦੇਵੇਗਾ ਜਿਸ ਨੇ ਕੁਝ ਗਲਤ ਕੰਮ ਕੀਤਾ ਹੈ, ਕੋਈ ਅਪਰਾਧ ਕੀਤਾ ਹੈ ਜਾਂ ਕਰਜ਼ਦਾਰ ਹੈ। ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹਨਾਂ ਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਫਲਦਾਇਕ ਗੱਲਬਾਤ ਹੋਈ, ਜਿਸ 'ਚ ਉਹਨਾਂ ਨੇ ਵਪਾਰ, ਫੈਂਟਾਨਿਲ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੌਕ ਸਮੇਤ ਕਈ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕੀਤੀ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਗੱਲਬਾਤ ਦੀ ਜਾਣਕਾਰੀ ਸਾਂਝੀ ਕੀਤੀ, ਜਿਸ ਨੂੰ ਉਹਨਾਂ ਨੇ ਬਹੁਤ ਉਪਯੋਗੀ ਦੱਸਿਆ ਅਤੇ ਸਕਾਰਾਤਮਕ ਨਤੀਜਿਆਂ ਦੀ ਉਮੀਦ ਜਤਾਈ ਹੈ। ਉਹਨਾਂ ਨੇ ਲਿਖਿਆ ਕਿ ਇਹ ਗੱਲਬਾਤ ਚੀਨ ਅਤੇ ਅਮਰੀਕਾ ਦੋਵਾਂ ਲਈ ਬਹੁਤ ਵਧੀਆ ਰਹੀ ਹੈ ਤੇ ਉਹਨਾਂ ਨੂੰ ਉਮੀਦ ਹੈ ਕਿ ਉਹ ਮਿਲ ਕੇ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ ਅਤੇ ਇਸ ਨੂੰ ਤੁਰੰਤ ਸ਼ੁਰੂ ਕਰਨਗੇ। ਟਰੰਪ ਨੇ ਕਿਹਾ ਕਿ ਅਸੀਂ ਵਪਾਰ ਨੂੰ ਸੰਤੁਲਿਤ ਕਰਨ, ਫੈਂਟਾਨਿਲ, ਟਿਕਟੌਕ ਅਤੇ ਹੋਰ ਕਈ ਵਿਸ਼ਿਆਂ ਤੇ ਚਰਚਾ ਕੀਤੀ। ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਟਰੰਪ ਨੇ ਕਿਹਾ ਰਾਸ਼ਟਰਪਤੀ ਸ਼ੀ ਅਤੇ ਉਹ ਦੁਨੀਆ ਨੂੰ ਹੋਰ ਸ਼ਾਂਤੀਪੂਰਨ ਅਤੇ ਸੁਰੱਖਿਅਤ ਬਣਾਉਣ ਦੇ ਲਈ ਹਰ ਕੋਸ਼ਿਸ਼ ਕਰਨਗੇ। ਇਸ ਤੋਂ ਪਹਿਲਾਂ ਚੀਨ ਦੇ ਸਰਕਾਰੀ ਮੀਡੀਆ ਆਊਟਲੈਟ ਨੇ ਪੁਸ਼ਟੀ ਕੀਤੀ ਹੈ ਕਿ ਦੋਵਾਂ ਨੇਤਾਵਾਂ ਨੇ ਫੋਨ ਤੇ ਗੱਲ ਕੀਤੀ, ਪਰ ਉਹਨਾਂ ਦੀ ਗੱਲਬਾਤ ਬਾਰੇ ਕੋਈ ਖਾਸ ਵੇਰਵਾ ਨਹੀਂ ਦਿੱਤਾ ਗਿਆ। ਦੋਵਾਂ ਨੇਤਾਵਾਂ ਵਿਚਕਾਰ ਇਹ ਗੱਲਬਾਤ 6 ਜਨਵਰੀ ਨੂੰ ਟਰੰਪ ਦੀਆਂ ਪਿਛਲੀਆਂ ਟਿੱਪਣੀਆਂ ਤੋਂ ਬਾਅਦ ਹੋਈ ਹੈ, ਜਿਸ ਵਿੱਚ ਉਹਨਾਂ ਨੇ ਪ੍ਰਤੀਨਿਧੀਆਂ ਰਾਹੀਂ ਸ਼ੀ ਜਿਨਪਿੰਗ ਨਾਲ ਆਪਣੇ ਚੱਲ ਰਹੇ ਸੰਚਾਰ ਦਾ ਜ਼ਿਕਰ ਕੀਤਾ ਸੀ ਅਤੇ ਉਹਨਾਂ ਦੇ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਉਮੀਦ ਪ੍ਰਗਟਾਈ ਸੀ। तो उस तो पहले दिन विच चीन ने ऐलान किया सी कि राष्ट्रपति जिनपिंग 20 जनवरी ਨੂੰ ਵਾਸ਼ਿੰਗਟਨ ਵਿੱਚ ਹੋਣ ਵਾਲੇ ਡੋਨਾਲਡ ਟਰੰਪ ਦੇ ਸੌਚੁਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ, ਪਰ ਉਪ ਰਾਸ਼ਟਰਪਤੀ ਹਾਨ ਜ਼ੇਂਗ ਨੂੰ ਆਪਣਾ ਵਿਸ਼ੇਸ਼ ਪ੍ਰਤੀਨਿਧੀ ਨਿਯੁਕਤ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਐਲਾਨ ਕੀਤਾ ਹੈ ਕਿ ਉਹ ਗੈਰ ਹਿੰਸਕ ਡਰੱਗ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਲਗਭਗ 2500 ਲੋਕਾਂ ਦੀ ਸਜ਼ਾ ਨੂੰ ਘਟਾ ਰਹੇ ਹਨ। ਅਮਰੀਕਾ ਵਿੱਚ 20 ਜਨਵਰੀ ਨੂੰ ਸੱਤਾ ਤਬਦੀਲੀ ਹੋਵੇਗੀ ਅਤੇ ਬਾਈਡਨ ਨੇ ਆਪਣੇ ਕਾਰਜਕਾਲ ਦੇ ਆਖਰੀ ਦਿਨਾਂ ਦੀ ਵਰਤੋਂ ਕੈਦੀਆਂ ਨੂੰ ਸਜ਼ਾ ਵਿੱਚ ਛੋਟ ਦੇ ਅਤੇ ਮਾਫੀ ਦੇਣ ਲਈ ਵੀ ਕੀਤੀ ਹੈ। ਬਾਈਡਨ ਨੇ ਇੰਨੀਆਂ ਮਾਫੀਆਂ ਦੇ ਕੇ ਅਤੇ ਵੱਡੇ ਪੱਧਰ ਤੇ ਸਜ਼ਾ ਘਟਾ ਕੇ ਇੱਕ ਰਿਕਾਰਡ ਕਾਇਮ ਕੀਤਾ ਹੈ। ਬਾਈਡਨ ਨੇ ਇੱਕ ਬਿਆਨ ਵਿੱਚ ਕਿਹਾ ਇਹ ਕਾਰਵਾਈ ਇਤਿਹਾਸਕ ਗਲਤੀਆਂ ਨੂੰ ਸੁਧਾਰਨ,
ਸਜ਼ਾ ਦੀਆਂ ਅਸਮਾਨਤਾਵਾਂ ਨੂੰ ਠੀਕ ਕਰਨ ਅਤੇ ਯੋਗ ਵਿਅਕਤੀਆਂ ਨੂੰ ਬਹੁਤ ਜ਼ਿਆਦਾ ਸਮਾਂ ਜੇਲ੍ਹਾਂ ਵਿੱਚ ਬਿਤਾਉਣ ਤੋਂ ਬਾਅਦ ਆਪਣੇ ਪਰਿਵਾਰਾਂ ਅਤੇ ਭਾਈਚਾਰਿਆਂ ਵਿੱਚ ਵਾਪਸ ਆਉਣ ਦਾ ਮੌਕਾ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਵਾਈਟ ਹਾਊਸ ਨੇ ਸਜ਼ਾ ਵਿੱਚ ਛੋਟ ਪ੍ਰਾਪਤ ਕਰਨ ਵਾਲਿਆਂ ਦੇ ਨਾਮ ਤੁਰੰਤ ਜਾਰੀ ਨਹੀਂ ਕੀਤੇ। ਪਾਕਿਸਤਾਨ ਅਦਾਲਤ ਨੇ ਸ਼ਾਦਮਾਨ ਚੌਂਕ ਲਾਹੌਰ ਦਾ ਨਾਮ ਬਦਲ ਕੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੇ ਨਾਮ ਤੇ ਰੱਖਣ ਅਤੇ ਉੱਥੇ ਉਹਨਾਂ ਦਾ ਬੁੱਤ ਲਾਉਣ ਦੀ ਮੰਗ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਅਦਾਲਤ ਦੇ ਅਧਿਕਾਰੀ ਨੇ ਦੱਸਿਆ ਕਿ ਲਾਹੌਰ ਹਾਈ ਕੋਰਟ ਦੇ ਜਸਟਿਸ ਸ਼ਮਸ ਮਹਿਮੂਦ ਮਿਰਜ਼ਾ ਨੇ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੀ ਉਸ ਪਟੀਸ਼ਨ ਦਾ ਨਿਬੇੜਾ ਕੀਤਾ ਜਿਸ ਵਿੱਚ ਸ਼ਾਦਮਾਨ ਚੌਂਕ ਲਾਹੌਰ ਦਾ ਨਾਮ ਭਗਤ ਸਿੰਘ ਦੇ ਨਾਮ ਤੇ ਰੱਖਣ ਦੀ ਮੰਗ ਕੀਤੀ ਗਈ ਸੀ ਅਤੇ ਉਸ ਜਗ੍ਹਾ ਤੇ ਉਹਨਾਂ ਦਾ ਬੁੱਤ ਲਾਉਣ ਦੀ ਅਪੀਲ ਕੀਤੀ ਗਈ ਸੀ ਜਿੱਥੇ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ। ਜੱਜ ਨੇ ਲਾਹੌਰ ਕਾਰਪੋਰੇਸ਼ਨ ਅਤੇ ਫਾਊਂਡੇਸ਼ਨ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਮਗਰੋਂ ਪਟੀਸ਼ਨ ਖਾਰਜ ਕਰ ਦਿੱਤੀ। ਫਾਊਂਡੇਸ਼ਨ ਦੇ ਚੇਅਰਮੈਨ ਐਡਵੋਕੇਟ ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਕਿਹਾ ਕਿ ਉਹ ਲਾਹੌਰ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣਗੇ। ਇਸ ਤੋਂ ਪਹਿਲਾਂ ਕਾਰਪੋਰੇਸ਼ਨ ਨੇ ਲਾਹੌਰ ਹਾਈ ਕੋਰਟ ਨੂੰ ਦੱਸਿਆ ਸੀ ਕਿ ਉਸ ਨੇ ਸ਼ਾਦਮਾਨ ਚੌਂਕ ਦਾ ਨਾਮ ਭਗਤ ਸਿੰਘ ਦੇ ਨਾਮ ਤੇ ਰੱਖਣ ਅਤੇ ਉਹਨਾਂ ਦਾ ਬੁੱਤ ਉਸ ਜਗ੍ਹਾ ਤੇ ਲਾਉਣ ਦੀ ਪ੍ਰਸਤਾਵਿਤ ਯੋਜਨਾ ਰੱਦ ਕਰ ਦਿੱਤੀ ਹੈ ਜਿੱਥੇ ਉਹਨਾਂ ਨੂੰ 94 ਸਾਲ ਪਹਿਲਾਂ ਫਾਂਸੀ ਦਿੱਤੀ ਗਈ ਸੀ। ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 3 ਹਾਲੀਵੁੱਡ ਸਟਾਰ ਜੌਨ ਵੋਇਟ, ਮੇਲ ਗਿਬਸਨ ਅਤੇ ਸਿਲਵੈਸਟਰ ਸਟੈਲੋਨ ਨੂੰ ਵਿਸ਼ੇਸ਼ ਰਾਜਦੂਤ ਨਿਯੁਕਤ ਕੀਤਾ ਹੈ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਤੇ ਇੱਕ ਪੋਸਟ ਵਿੱਚ ਲਿਖਿਆ ਕਿ ਉਹਨਾਂ ਨੂੰ ਇਹ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਜੌਨ ਵੋਇਟ, ਮੇਲ ਗਿਬਸਨ ਅਤੇ ਸਿਲਵੈਸਟਰ ਸਟੈਲੋਨ ਨੂੰ ਇੱਕ ਸ਼ਾਨਦਾਰ ਪਰ ਬਹੁਤ ਹੀ ਮੁਸ਼ਕਿਲ ਵਾਲੀ ਜਗ੍ਹਾ ਕੈਲੀਫੋਰਨੀਆ ਲਈ ਹਾਲੀਵੁੱਡ ਦੇ ਵਿਸ਼ੇਸ਼ ਰਾਜਦੂਤ ਨਿਯੁਕਤ ਕੀਤਾ ਜਾਵੇਗਾ। ਯਾਨੀ ਕਿ ਉਹ ਰਾਜਦੂਤ ਹੋਣਗੇ, ਉਹ ਹਾਲੀਵੁੱਡ ਨੂੰ ਵਾਪਸ ਲਿਆਉਣ ਅਤੇ ਇਸ ਨੂੰ ਪਹਿਲਾਂ ਨਾਲੋਂ ਵੱਡਾ, ਬਿਹਤਰ ਤੇ ਮਜ਼ਬੂਤ ਬਣਾਉਣ ਦੇ ਲਈ ਉਹਨਾਂ ਦੇ ਵਿਸ਼ੇਸ਼ ਰਾਜਦੂਤਾਂ ਵਜੋਂ ਕੰਮ ਕਰਨਗੇ। BBC ਦੀ ਰਿਪੋਰਟ ਅਨੁਸਾਰ ਤਿੰਨੋਂ ਮਸ਼ਹੂਰ ਹਸਤੀਆਂ ਹਾਲ ਹੀ ਵਿੱਚ ਟਰੰਪ ਅਤੇ ਉਹਨਾਂ ਦੀ ਚੋਣ ਮੁਹਿੰਮ ਦੇ ਨਾਲ ਜੁੜੀਆਂ ਹੋਈਆਂ ਹਨ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਉਹਨਾਂ ਦਾ ਕੀ ਭੂਮਿਕਾਵਾਂ ਹੋਣਗੀਆਂ। ਗਿਬਸਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹਨਾਂ ਨੇ ਇਹ ਖਬਰ ਤੁਹਾਡੇ ਸਾਰਿਆਂ ਦੇ ਨਾਲ ਹੀ ਮਿਲੀ ਅਤੇ ਉਹ ਵੀ ਹੈਰਾਨ ਸੀ। ਉਹਨਾਂ ਨੇ ਕਿਹਾ ਫਿਰ ਵੀ ਉਹ ਇਸ ਕਾਲ ਵੱਲ ਧਿਆਨ ਦੇਣਗੇ ਅਤੇ ਇੱਕ ਨਾਗਰਿਕ ਹੋਣ ਦੇ ਨਾਤੇ ਇਹ ਉਹਨਾਂ ਦਾ ਫਰਜ਼ ਹੈ ਕਿ ਉਹ ਜਿੰਨੀ ਹੋ ਸਕੇ ਮਦਦ ਅਤੇ ਸੂਝ ਪ੍ਰਦਾਨ ਕਰਨਗੇ। ਰਿਪੋਰਟ ਵਿੱਚ ਕਿਹਾ ਗਿਆ ਕਿ ਰੌਕੀ ਫ੍ਰੈਂਚਾਈਜ਼ੀ ਵਿੱਚ ਅਭਿਨੈ ਕਰਨ ਵਾਲੇ ਅਤੇ ਸਟੈਲੋਨ ਨੇ ਚੋਣ ਤੋਂ ਬਾਅਦ ਦੇ ਭਾਸ਼ਣ ਲਈ ਮਾਰ-ਏ-ਲਾਗੋ ਵਿਖੇ ਟਰੰਪ ਦੀ ਪਛਾਣ ਕਰਾਈ। ਉਸਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਦੀ ਤੁਲਨਾ ਅਮਰੀਕਾ ਦੇ ਪਹਿਲੇ ਨੇਤਾ ਨਾਲ ਕੀਤੀ ਅਤੇ ਉਸ ਨੂੰ ਦੂਜਾ ਜਾਰਜ ਵਾਸ਼ਿੰਗਟਨ ਕਿਹਾ। ਇਟਲੀ ਵਿੱਚ ਸੜਕ ਹਾਦਸਿਆਂ ਦੀ ਵੱਧ ਰਹੀ ਗਿਣਤੀ ਨੂੰ ਠੱਲ ਪਾਉਣ ਦੇ ਲਈ ਇਟਲੀ ਦੇ ਉਪ ਪ੍ਰਧਾਨ ਮੰਤਰੀ ਤੇ ਕੇਂਦਰੀ ਆਵਾਜਾਈ ਮੰਤਰੀ ਜਿਸ ਸਿੱਧਤ ਤੇ ਸੰਜੀਦਗੀ ਨਾਲ ਕਾਰਵਾਈ ਨੂੰ ਅੰਜਾਮ ਦੇ ਰਹੇ ਹਨ ਉਸ ਨਾਲ ਹੁਣ ਉਹ ਲੋਕ ਬਾਹਲੇ ਔਖੇ ਦੇਖੇ ਜਾ ਰਹੇ ਹਨ ਜਿਹੜੇ ਕਿ ਟ੍ਰੈਫਿਕ ਨਿਯਮਾਂ ਦੀ ਪਹਿਲਾਂ ਕਦੇ ਵੀ ਜ਼ਿੰਮੇਵਾਰੀ ਨਾਲ ਪਾਲਣਾ ਨਹੀਂ ਕਰ ਸਕਦੇ ਸੀ। ਜਦੋਂ ਦਾ ਇਟਲੀ ਸਰਕਾਰ ਨੇ ਹਾਈਵੇ ਕੋਡ ਕਾਨੂੰਨ 14 ਦਸੰਬਰ 2024 ਤੋਂ ਸਖਤੀ ਨਾਲ ਲਾਗੂ ਕਰ ਦਿੱਤਾ ਹੈ ਤਾਂ ਪਹਿਲੇ ਮਹੀਨੇ ਵਿੱਚ 61,145 ਵਾਹਨ ਚਾਲਕਾਂ ਨੂੰ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਗਿਆ ਜਿਨ੍ਹਾਂ ਵਿੱਚੋਂ 1144 ਚਲਾਨ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਤੇ 138 ਚਲਾਨ ਨਸ਼ੀਲੇ ਪਦਾਰਥ ਦੇ ਪ੍ਰਭਾਵ ਵਿੱਚ ਗੱਡੀ ਚਲਾਉਣ ਵਾਲਿਆਂ ਤੇ ਕੱਟੇ ਗਏ। ਦੇਸ਼ ਭਰ ਵਿੱਚ ਕਾਰਬਿਨੇਰੀ ਪੁਲਿਸ ਤੇ ਲੋਕਲ ਪੁਲਿਸ ਵੱਲੋਂ 5058 ਲੋਕਾਂ ਦੇ ਡਰਾਈਵਿੰਗ ਲਾਇਸੈਂਸ ਜ਼ਬਤ ਕੀਤੇ ਗਏ ਜਿਨ੍ਹਾਂ ਵਿੱਚੋਂ 2499 ਲੋਕਾਂ ਦੇ ਲਾਇਸੈਂਸ ਇਸ ਕਾਰਨ ਜ਼ਬਤ ਕੀਤੇ ਗਏ ਕਿਉਂਕਿ ਉਹ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰ ਰਹੇ ਹਨ। ਇਟਲੀ ਦੇ ਗ੍ਰਹਿ ਮੰਤਰਾਲੇ ਵੱਲੋਂ ਜਨਤਕ ਆંકੜੇ ਦੇ ਅਨੁਸਾਰ ਇਹ ਰਿਪੋਰਟ ਸਿਰਫ 14 ਦਸੰਬਰ 2024 ਤੋਂ 13 ਜਨਵਰੀ 2025 ਤੱਕ ਹੀ ਹੈ। ਇਟਲੀ ਪੁਲਿਸ ਅਨੁਸਾਰ ਇਸ ਇੱਕ ਮਹੀਨੇ ਵਿੱਚ ਮੁੱਖ ਸੜਕਾਂ ਉੱਪਰ ਹੋ ਰਹੇ ਸੜਕਾਂ ਹਾਦਸਿਆਂ ਵਿੱਚ 34% ਗਿਰਾਵਟ ਆਈ ਜਦਕਿ ਦੇਸ਼ ਭਰ ਵਿੱਚ ਸਮੁੱਚੇ ਸੜਕ ਹਾਦਸਿਆਂ ਵਿੱਚ 8.6% ਦੀ ਕਮੀ ਦਰਜ ਕੀਤੀ ਗਈ। ਦੇਸ਼ ਭਰ ਵਿੱਚ 78 ਘਾਤਕ ਹਾਦਸੇ ਹੋਏ ਜੋ ਪਿਛਲੇ ਸਾਲ ਦੇ 113 ਦੇ ਮੁਕਾਬਲੇ 31% ਘੱਟ ਹਨ। ਮੌਤਾਂ ਵੀ ਇਸ ਸਮੇਂ ਦੌਰਾਨ 84 ਹੋਈਆਂ ਜੋ ਕਿ ਪਿਛਲੇ ਸਾਲ 127 ਸਨ। ਜ਼ਖਮੀਆਂ ਦੀ ਗਿਣਤੀ ਵਿੱਚ ਵੀ 12% ਦੀ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਦੇ ਉਪ ਪ੍ਰਧਾਨ ਮੰਤਰੀ ਨੇ ਅਤੇ ਆਵਾਜਾਈ ਮੰਤਰੀ ਨੇ ਕੀਤੀਆਂ ਟ੍ਰੈਫਿਕ ਨਿਯਮਾਂ ਵਿੱਚ ਸ਼ਲਾਘਾਯੋਗ ਕਾਰਵਾਈਆਂ ਨੂੰ ਪਏ ਬੂਰ ਤੇ ਸਲਵੀਨੀ ਦੇ ਹੌਸਲੇ ਬੁਲੰਦ ਕੀਤੇ ਹਨ ਜਿਸ ਤੇ ਉਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨਾਲ ਇੱਕ ਮਹੀਨੇ ਦੀ ਰਿਪੋਰਟ ਸਾਂਝੀ ਕਰਦਿਆਂ ਹੋਰ ਸਹਿਯੋਗ ਦੇਣ ਦੀ ਗੱਲ ਕੀਤੀ ਹੈ।
ਸੌਫਟਵੇਅਰ ਇੰਜੀਨੀਅਰ ਵਜੋਂ ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਅਰਬਪਤੀ ਐਲੋਨ ਮਸਕ ਨੇ ਸੌਫਟਵੇਅਰ ਇੰਜੀਨੀਅਰ ਦੇ ਅਹੁਦੇ ਲਈ ਭਰਤੀ ਬਾਰੇ ਜਾਣਕਾਰੀ ਦਿੱਤੀ ਹੈ। ਇਹ ਉਹਨਾਂ ਨੌਜਵਾਨਾਂ ਲਈ ਇੱਕ ਸੁਨਹਿਰੀ ਮੌਕਾ ਹੈ ਜੋ ਅਰਬਪਤੀ ਐਲੋਨ ਮਸਕ ਦੀ ਕੰਪਨੀ ਵਿੱਚ ਕੰਮ ਕਰਨਾ ਚਾਹੁੰਦੇ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਐਲੋਨ ਮਸਕ ਦੀ ਕੰਪਨੀ ਵਿੱਚ ਸੌਫਟਵੇਅਰ ਇੰਜੀਨੀਅਰ ਬਣਨ ਦੇ ਲਈ ਕਿਸੇ ਖਾਸ ਕੰਪਨੀ ਵਿੱਚ ਕੰਮ ਦਾ ਤਜਰਬਾ ਜਾਂ ਕਿਸੇ ਉੱਚ ਯੂਨੀਵਰਸਿਟੀ ਤੋਂ ਡਿਗਰੀ ਹੋਣਾ ਲਾਜ਼ਮੀ ਨਹੀਂ ਹੈ। ਐਲੋਨ ਮਸਕ ਐਵਰੀਥਿੰਗ ਐਪ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਐਪ ਨੂੰ ਬਣਾਉਣ ਦੇ ਲਈ ਉਹਨਾਂ ਨੂੰ ਹਾਰਡਕੋਰ ਸੌਫਟਵੇਅਰ ਇੰਜੀਨੀਅਰ ਦੀ ਲੋੜ ਹੈ। ਐਲੋਨ ਮਸਕ ਨੇ ਐਕਸ ਯਾਨੀ ਪਹਿਲੇ ਟਵਿੱਟਰ ਤੇ ਇੱਕ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਬਿਨੇਕਾਰਾਂ ਲਈ ਇਹ ਮਾਇਨੇ ਨਹੀਂ ਰੱਖਦਾ ਕਿ ਉਹਨਾਂ ਨੇ ਕਿੱਥੋਂ ਪੜ੍ਹਾਈ ਕੀਤੀ ਹੈ ਜਾਂ ਉਹਨਾਂ ਨੇ ਕਿਹੜੀ ਵੱਡੀ ਕੰਪਨੀ ਵਿੱਚ ਕੰਮ ਕੀਤਾ ਹੈ। ਤੁਸੀਂ ਆਪਣੇ ਸਭ ਤੋਂ ਵਧੀਆ ਪ੍ਰੋਜੈਕਟ ਨਾਲ ਆਪਣਾ ਬਾਇਓਡਾਟਾ ਕੋਡ ਆਈਡੀ ਇਸ ਆਈਡੀ ਤੇ ਭੇਜ ਸਕਦੇ ਹੋ। ਐਲੋਨ ਮਸਕ ਟੈਸਲਾ ਅਤੇ SpaceX ਦੇ ਸੰਸਥਾਪਕ ਹਨ। ਐਵਰੀਥਿੰਗ ਐਪ ਉਸਦੇ ਮਹੱਤਵਪੂਰਨ ਪ੍ਰੋਜੈਕਟਾਂ ਵਿੱਚ ਸ਼ਾਮਲ ਹੈ। ਮੈਸੇਜਿੰਗ ਤੋਂ ਇਲਾਵਾ ਇਸ ਐਪਲੀਕੇਸ਼ਨ ਰਾਹੀਂ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਜਾ ਸਕਦੇ ਹਨ। ਇਸ ਪਲੇਟਫਾਰਮ ਤੇ ਈ-ਕਾਮਰਸ, ਸ਼ਾਪਿੰਗ, ਵਿੱਤ ਸੇਵਾਵਾਂ, ਪੀਅਰ ਟੂ ਪੀਅਰ ਭੁਗਤਾਨ ਸਮੇਤ ਕਈ ਸੇਵਾਵਾਂ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਐਪ ਲੰਬੇ ਸਮੇਂ ਤੋਂ ਐਲੋਨ ਮਸਕ ਦੀ ਪਾਈਪਲਾਈਨ ਵਿੱਚ ਹੈ। ਇਸ ਨੂੰ ਅਮਰੀਕੀ ਨਾਗਰਿਕਾਂ ਲਈ ਇੱਕ ਸੁਪਰ ਐਪ ਵਜੋਂ ਵਿਕਸਿਤ ਕੀਤਾ ਜਾਵੇਗਾ। ਐਲੋਨ ਮਸਕ ਪਹਿਲਾਂ ਕਹਿ ਚੁੱਕੇ ਹਨ ਕਿ ਤੁਹਾਡੇ ਹੁਨਰ ਤੁਹਾਡੀ ਡਿਗਰੀ ਨਾਲੋਂ ਜ਼ਿਆਦਾ ਮਾਇਨੇ ਰੱਖਦੇ ਹਨ। ਇੱਕ ਵਿਅਕਤੀ ਵਿੱਚ ਕੁਝ ਕਰਨ ਦੀ ਯੋਗਤਾ ਹੋਣੀ ਚਾਹੀਦੀ ਹੈ। ਉਸਨੇ ਕਈ ਵਾਰ ਕਿਹਾ ਹੈ ਕਿ ਟੈਸਲਾ ਵਿੱਚ ਕੰਮ ਕਰਨ ਲਈ ਕਿਸੇ ਡਿਗਰੀ ਦੀ ਲੋੜ ਨਹੀਂ ਹੈ। ਦਰਅਸਲ ਐਲੋਨ ਮਸਕ ਕਿਸੇ ਵਿਅਕਤੀ ਦੀ ਯੋਗਤਾ ਨੂੰ ਉਸਦੀ ਡਿਗਰੀ ਦੇ ਨਾਲ ਨਹੀਂ ਸਗੋਂ ਉਸਦੇ ਕੰਮ ਕਰਨ ਦੇ ਤਰੀਕੇ ਨਾਲ ਪਰਖਦਾ ਹੈ। ਉਸਦਾ ਮੰਨਣਾ ਹੈ ਕਿ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਅਧਿਆਏ ਯਾਦ ਕਰਵਾਉਣ ਦੀ ਬਜਾਏ ਸਮੱਸਿਆਵਾਂ ਨੂੰ ਹੱਲ ਕਰਨਾ ਸਿਖਾਇਆ ਜਾਣਾ ਚਾਹੀਦਾ ਹੈ। ਇਸ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਜੀ ਪੰਜਾਬ ਮਿਲ USA ਟੀਵੀ ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।